ਸੋ ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪ੍ਰਭ ਐਸ ਐਵਰੀਥਿੰਗ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 10th ਕਲਾਸ ਦੇ ਚੈਪਟਰ ਨੰਬਰ 1 ਦੀ, ਜਿਸ ਦਾ ਨਾਮ ਹੈ ਆਫਿਸ ਟੂਲਸ। ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਜੋ ਫਿਊਚਰ ਵਿੱਚ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਸੀਂ ਉਹਨਾਂ ਨੂੰ ਦੇਖ ਸਕੋ। ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 1 ਦੇ ਕੁਐਸਚਨ ਆਨਸਰਸ ਦੀ ਗੱਲ ਕਰਾਂਗੇ। ਇਸ ਵੀਡੀਓ ਵਿੱਚ ਅਸੀਂ ਇੰਗਲਿਸ਼ ਐਂਡ ਪੰਜਾਬੀ ਦੋਨੋਂ ਲੈਂਗੁਏਜ ਨੂੰ ਯੂਜ਼ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਲਟੀਪਲ ਚੁਆਇਸ ਕੁਐਸਚਨਸ ਦੀ। ਕੁਐਸਚਨ ਨੰਬਰ 1, which tool is used to maintain records of budget, financial statements and sales? ਉਹ ਕਿਹੜਾ ਟੂਲ ਹੈ ਜੋ ਤੁਹਾਡੇ ਫਾਈਨੈਂਸ਼ੀਅਲ ਰਿਕਾਰਡਸ ਨੂੰ ਸਟੋਰ ਕਰਕੇ ਰੱਖਦਾ, ਤੁਹਾਡੇ ਬਜਟ ਨੂੰ ਸਟੋਰ ਕਰਕੇ ਰੱਖਦਾ, ਜਾਂ ਕਿਸੇ ਵੀ ਤਰ੍ਹਾਂ ਦੀ ਕੈਲਕੂਲੇਸ਼ਨ ਨੂੰ ਤਿਆਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ? ਉਸ ਨੂੰ ਅਸੀਂ ਬੋਲਦੇ ਹਾਂ ਸਪਰੈਡਸ਼ੀਟ ਸੌਫਟਵੇਅਰ ਜਾਂ ਸਪਰੈਡਸ਼ੀਟ ਟੂਲ। ਸੈਕਿੰਡ, MS Word automatically enters page break when we reach at the dash of a page। ਅਸੀਂ ਕਿਸੇ ਪੇਜ ਦੇ ਜਦੋਂ ਲਾਸਟ ਉੱਪਰ ਚਲੇ ਜਾਂਦੇ ਹਾਂ ਤਾਂ ਆਟੋਮੈਟਿਕਲੀ ਜੋ ਸਾਡਾ MS Word ਹੈ ਪੇਜ ਬ੍ਰੇਕ ਐਡ ਕਰ ਦਿੰਦਾ ਹੈ ਸਾਡੀ ਡਾਕੂਮੈਂਟ ਦੇ ਵਿੱਚ। ਇਸ ਦਾ ਜੋ ਆਨਸਰ ਹੈ ਉਹ ਹੈ ਐਂਡ। ਥਰਡ, when we type in our document, dash wavy lines appears under the spelling misspelled word। ਜਦੋਂ ਵੀ ਅਸੀਂ ਆਪਣੇ ਡਾਕੂਮੈਂਟ ਦੇ ਵਿੱਚ ਕਿਸੇ ਵੀ ਸ਼ਬਦ ਦੇ ਕਿਸੇ ਵੀ ਵਰਡ ਦੇ ਸਪੈਲਿੰਗ ਗਲਤ ਲਿਖਦੇ ਹਾਂ ਤਾਂ ਸਾਡੇ ਲਿਖੇ ਗਏ ਸਪੈਲਿੰਗ ਦੇ ਹੇਠਾਂ ਇੱਕ ਰੈੱਡ ਕਲਰ ਦੀ ਲਾਈਨ ਆ ਜਾਂਦੀ ਹੈ ਜੋ ਸਾਨੂੰ ਗਾਈਡ ਕਰਦੀ ਹੈ ਕਿ ਸਾਡਾ ਲਿਖਿਆ ਗਿਆ ਜੋ ਵੀ ਵਰਡ ਹੈ ਉਸ ਦੇ ਸਪੈਲਿੰਗ ਦੇ ਵਿੱਚ ਮਿਸਟੇਕ ਹੈ। ਅਸੀਂ ਉਸ ਵਰਡ ਦੇ ਉੱਪਰ ਰਾਈਟ ਕਲਿੱਕ ਕਰਕੇ ਉਸ ਨੂੰ ਚੇਂਜ ਜਾਂ ਠੀਕ ਕਰ ਸਕਦੇ ਹਾਂ। ਕੁਐਸਚਨ ਨੰਬਰ 4, entrance plus exit and exit are most common effects of dash। ਜਦੋਂ ਵੀ ਅਸੀਂ ਪਾਵਰ ਪੁਆਇੰਟ ਦੇ ਵਿੱਚ ਐਨੀਮੇਸ਼ਨਸ ਐਡ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਪ੍ਰਕਾਰ ਦੇ ਇਫੈਕਟਸ ਹੁੰਦੇ ਨੇ, ਜਿਵੇਂ ਐਂਟਰੈਂਸ ਹੋ ਗਿਆ ਜਾਂ ਐਗਜ਼ਿਟ ਹੋ ਗਿਆ। ਇਸ ਬਲੈਂਕ ਦਾ ਜੋ ਆਨਸਰ ਹੈ ਉਹ ਹੈ ਐਨੀਮੇਸ਼ਨ। ਫਿਫਥ, ਬਲੈਂਕ ਸਪੇਸ ਐਟ ਦਾ ਕਾਰਨਰ ਆਫ ਪੇਜ ਇਜ਼ ਕਾਲਡ ਮਾਰਜਿਨ। MS Word ਦੇ ਵਿੱਚ ਜਾਂ ਕਿਸੇ ਵੀ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਜਦੋਂ ਤੁਸੀਂ ਕੋਈ ਡਾਕੂਮੈਂਟ ਤਿਆਰ ਕਰਦੇ ਹੋ ਤਾਂ ਉਸ ਦੇ ਟੌਪ ਬੋਟਮ ਲੈਫਟ ਜਾਂ ਰਾਈਟ ਉੱਪਰ ਜੋ ਬਲੈਂਕ ਸਪੇਸ ਹੁੰਦੀ ਹੈ, ਇੱਕ ਟਰਾਂਸਪੇਰੈਂਟ ਸਪੇਸ ਹੁੰਦੀ ਹੈ, ਉਸ ਨੂੰ ਅਸੀਂ ਮਾਰਜਿਨ ਬੋਲਦੇ ਹਾਂ। ਡਿਫਾਲਟ ਉਸਦਾ ਸਾਈਜ਼ 1 ਇੰਚ ਹੁੰਦਾ ਹੈ, ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਉਸ ਨੂੰ ਚੇਂਜ ਵੀ ਕਰ ਸਕਦੇ ਹੋ। ਅੱਗੇ ਅਸੀਂ ਗੱਲ ਕਰਦੇ ਹਾਂ ਬਲੈਂਕਸ ਦੀ। ਕੰਪਿਊਟਰ ਸੌਫਟਵੇਅਰ ਇਜ਼ ਡਿਵਾਈਡਡ ਇਨਟੂ 2 ਕੈਟਾਗਰੀਜ਼ ਡੈਸ਼ ਐਂਡ ਡੈਸ਼। ਅਸੀਂ ਕੰਪਿਊਟਰ ਸੌਫਟਵੇਅਰ ਨੂੰ ਦੋ ਕੈਟਾਗਰੀਜ਼ ਵਿੱਚ ਡਿਵਾਈਡ ਕਰਦੇ ਹਾਂ। ਨੰਬਰ 1 ਸਿਸਟਮ ਸੌਫਟਵੇਅਰ ਅਤੇ ਨੰਬਰ 2 ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਤੁਹਾਡੇ ਪੂਰੇ ਕੰਪਿਊਟਰ ਸਿਸਟਮ ਨੂੰ ਆਪਰੇਟ ਕਰਨ ਲਈ ਯੂਜ਼ ਕੀਤਾ ਜਾਂਦਾ ਅਤੇ ਤੁਹਾਡੇ ਬਾਕੀ ਹਾਰਡਵੇਅਰਸ ਨੂੰ ਅਤੇ ਜਿੰਨੇ ਵੀ ਐਪਲੀਕੇਸ਼ਨ ਸੌਫਟਵੇਅਰ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਕੰਮ ਆਉਂਦਾ। ਅਤੇ ਜੋ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ ਉਹ ਕਿਸੇ ਖਾਸ ਟਾਸਕ ਨੂੰ ਪਰਫਾਰਮ ਕਰਨ ਲਈ ਯੂਜ਼ ਕੀਤੇ ਜਾਂਦੇ ਹਨ। ਬਲੈਂਕ ਨੰਬਰ 2, ਡੈਟਾਬੇਸ ਇਜ਼ ਅ ਕਲੈਕਸ਼ਨ ਆਫ ਰਿਲੇਟਡ ਡਾਟਾ। objective of this tool is to dash and dash data। ਜੋ ਤੁਹਾਡਾ ਡਾਟਾਬੇਸ ਹੁੰਦਾ ਆ ਉਹ ਇੱਕ ਕਲੈਕਸ਼ਨ ਹੁੰਦੀ ਹੈ ਇੰਟਰ ਰਿਲੇਟਡ ਡਾਟਾ ਦੀ। ਅਸੀਂ ਇਸ ਨੂੰ ਆਰਗੇਨਾਈਜ਼ ਅਤੇ ਮੈਨੇਜ ਕਰ ਸਕਦੇ ਹਾਂ। ਨੰਬਰ 3, we can choose dash or dash orientation for whole or some part of a document। ਡਾਕੂਮੈਂਟ ਦੇ ਕਿਸੇ ਵੀ ਪਾਰਟ ਨੂੰ ਜਾਂ ਪੂਰੇ ਹੀ ਡਾਕੂਮੈਂਟ ਨੂੰ ਪੋਰਟਰੇਟ ਜਾਂ ਲੈਂਡਸਕੇਪ ਕਰ ਸਕਦੇ ਹਾਂ। ਨੰਬਰ 4, extensions of image files that are supported by PowerPoint are dash। ਜਦੋਂ ਅਸੀਂ PowerPoint ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਇਮੇਜ ਫਾਈਲਸ ਨੂੰ ਐਡ ਕਰਦੇ ਹਾਂ ਤਾਂ ਉਹਨਾਂ ਫਾਈਲਸ ਦੀ ਕੋਈ ਨਾ ਕੋਈ ਐਕਸਟੈਂਸ਼ਨ ਹੁੰਦੀ ਹੈ। ਆਲਮੋਸਟ ਸਾਰੀਆਂ ਹੀ ਤਰ੍ਹਾਂ ਦੀਆਂ ਜੋ ਇਮੇਜਸ ਨੇ ਉਹਨਾਂ ਨੂੰ PowerPoint ਸਪੋਰਟ ਕਰਦਾ। ਇਸ ਦਾ ਆਨਸਰ ਹੈ .jpg ਜਾਂ .gif, .bmp ਅਤੇ ਹੋਰ ਵੀ ਜਿੰਨੀਆਂ ਵੀ ਐਕਸਟੈਂਸ਼ਨਸ ਨੇ ਕਿਸੇ ਵੀ ਇਮੇਜ ਫਾਈਲ ਦੀਆਂ ਉਹ ਸਾਰੀਆਂ ਹੀ PowerPoint ਉਹਨਾਂ ਨੂੰ ਸਪੋਰਟ ਕਰੇਗਾ। ਮਲਟੀਮੀਡੀਆ ਸੌਫਟਵੇਅਰ ਇਜ਼ ਅ ਟੂਲ ਵਿਚ permits user to make dash and dash with the help of multimedia player and a real player। ਮਲਟੀਮੀਡੀਆ ਇੱਕ ਸੌਫਟਵੇਅਰ ਹੈ ਜਿਹੜਾ ਕਿਸੇ ਵੀ ਯੂਜ਼ਰ ਨੂੰ ਪਰਮਿਟ ਕਰਦਾ ਕਿ ਉਹ ਆਡੀਓ ਜਾਂ ਵੀਡੀਓ ਫਾਈਲਸ ਨੂੰ ਤਿਆਰ ਕਰ ਸਕੇ। ਇਸ ਬਲੈਂਕ ਦਾ ਆਨਸਰ ਹੈ ਆਡੀਓ ਐਂਡ ਵੀਡੀਓ। ਰਾਈਟ ਟਰੂ ਔਰ ਫਾਲਸ।
ਨੰਬਰ 1 ਮੇਨ ਪਰਪਸ ਆਫ ਸਪਰੈਡਸ਼ੀਟ ਟੂਲ ਇਜ਼ ਟੂ ਪ੍ਰਪੇਅਰ ਡਾਕੂਮੈਂਟ। ਸਾਡਾ ਜੋ ਸਪਰੈਡਸ਼ੀਟ ਟੂਲ ਹੈ ਉਸ ਦਾ ਮੇਨ ਪਰਪਸ ਡਾਕੂਮੈਂਟ ਤਿਆਰ ਕਰਨਾ ਨਹੀਂ ਹੁੰਦਾ, ਉਸ ਦਾ ਮੇਨ ਪਰਪਸ ਹੁੰਦਾ ਹੈ ਕਿਸੇ ਵੀ ਸਪਰੈਡਸ਼ੀਟ ਨੂੰ, ਕਿਸੇ ਵੀ ਕੈਲਕੂਲੇਸ਼ਨ ਵਾਲੀ ਸ਼ੀਟ ਨੂੰ ਤਿਆਰ ਕਰਨਾ। ਇਸ ਲਈ ਇਹ ਫਾਲਸ ਹੈ। ਐਪਲੀਕੇਸ਼ਨ ਸੌਫਟਵੇਅਰ ਇਜ਼ ਅ ਸੌਫਟਵੇਅਰ ਵਿਚ ਪਰਫਾਰਮ ਸਪੈਸ਼ਲ ਟਾਸਕ ਫॉर ਅ ਯੂਜ਼ਰ। ਜਿਹੜੇ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ ਇਹਨਾਂ ਨੂੰ ਕਿਸੇ ਖਾਸ ਕੰਮ ਲਈ ਹੀ ਯੂਜ਼ ਕੀਤਾ ਜਾਂਦਾ ਹੈ, ਇਸ ਕਰਕੇ ਇਹ ਟਰੂ ਹੈ। We can drag the current tab at different places to left or right along with the rulers। ਤੁਸੀਂ ਰੂਲਰਸ ਦੀ ਮਦਦ ਦੇ ਨਾਲ ਵੱਖ-ਵੱਖ ਟੈਬਸ ਨੂੰ ਡਰੈਗ ਕਰ ਸਕਦੇ ਹੋ। ਇਹ ਗਲਤ ਹੈ। ਤੁਸੀਂ ਰੂਲਰਸ ਨੂੰ ਹੀ ਡਰੈਗ ਕਰ ਸਕਦੇ ਹੋ, ਜੋ ਤੁਹਾਡੇ ਵੱਖ-ਵੱਖ ਟੈਬਸ ਨੇ ਤੁਸੀਂ ਉਹਨਾਂ ਨੂੰ ਡਰੈਗ ਨਹੀਂ ਕਰ ਸਕਦੇ। When we click on print tab, print preview is display automatically। ਜਦੋਂ ਵੀ ਤੁਸੀਂ ਪ੍ਰਿੰਟ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਤੁਹਾਡੇ ਡਾਕੂਮੈਂਟ ਦਾ ਜੋ ਪ੍ਰਿੰਟ ਪ੍ਰੀਵਿਊ ਹੁੰਦਾ ਹੈ ਆਟੋਮੈਟਿਕਲੀ ਡਿਸਪਲੇ ਹੋ ਜਾਂਦਾ ਹੈ, ਇਸ ਕਰਕੇ ਇਹ ਟਰੂ ਹੈ। ਅੱਗੇ ਗੱਲ ਕਰਦੇ ਹਾਂ ਵੈਰੀ ਸਮਾਲ ਆਨਸਰ ਕੁਐਸਚਨਸ ਦੀ। ਕੁਐਸਚਨ ਨੰਬਰ 1 ਰਾਈਟ ਦਾ ਐਕਸਟੈਂਸ਼ਨ ਆਫ ਵਰਡ ਡਾਕੂਮੈਂਟ ਇਨ MS ਵਰਡ। ਇਸ ਦਾ ਆਨਸਰ ਹੈ .docx। ਜੋ MS ਵਰਡ ਦੇ ਵਿੱਚ ਅਸੀਂ ਕੋਈ ਵੀ ਫਾਈਲ ਤਿਆਰ ਕਰਦੇ ਹਾਂ ਆਫਿਸ 2010 ਦੇ ਵਿੱਚ, ਉਸ ਦੀ ਐਕਸਟੈਂਸ਼ਨ .docx ਹੁੰਦੀ ਹੈ। ਉਸ ਤੋਂ ਪੁਰਾਣੇ ਜਿੰਨੇ ਵੀ ਵਰਜ਼ਨ ਸੀ ਉਹਨਾਂ ਦੀ ਜੋ ਐਕਸਟੈਂਸ਼ਨ ਹੁੰਦੀ ਹੈ ਉਹ .doc ਹੁੰਦੀ ਹੈ। ਰਾਈਟ ਐਕਸਟੈਂਸ਼ਨ ਆਫ ਸਪਰੈਡਸ਼ੀਟ ਇਨ MS Office 2010 ਦਾ ਜੋ ਐਕਸਲ ਹੈ ਉਸ ਦੀ ਜੋ ਐਕਸਟੈਂਸ਼ਨ ਹੈ .xlsx। ਨੰਬਰ 3 ਰਾਈਟ ਦਾ ਐਕਸਟੈਂਸ਼ਨ ਆਫ ਪਾਵਰਪੁਆਇੰਟ। ਇਸ ਦੀ ਐਕਸਟੈਂਸ਼ਨ ਹੁੰਦੀ ਹੈ .pptx। ਰਾਈਟ ਦਾ ਫੁੱਲ ਫਾਰਮ ਆਫ BMP। BMP ਇੱਕ ਇਮੇਜ ਫਾਈਲ ਹੁੰਦੀ ਹੈ ਜਿਸ ਦੀ ਫੁੱਲ ਫਾਰਮ ਹੁੰਦੀ ਹੈ ਬਿਟਮੈਪ ਪਿਕਚਰ। ਨੰਬਰ 5 ਰਾਈਟ ਫੁੱਲ ਫਾਰਮ ਆਫ PDF। PDF ਦੀ ਫੁੱਲ ਫਾਰਮ ਹੁੰਦੀ ਹੈ ਪੋਰਟੇਬਲ ਡਾਕੂਮੈਂਟ ਫਾਰਮੈਟ। ਨੈਕਸਟ ਅਸੀਂ ਗੱਲ ਕਰਦੇ ਹਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੀ। ਨੰਬਰ 1 ਰਾਈਟ ਡੈਫੀਨੇਸ਼ਨ ਆਫ ਸਿਸਟਮ ਸੌਫਟਵੇਅਰ। ਸਿਸਟਮ ਸੌਫਟਵੇਅਰ ਦੀ ਡੈਫੀਨੇਸ਼ਨ ਕੀ ਹੈ? The software which is used to control the overall functionality of a computer system is called system software। ਤੁਹਾਡੇ ਪੂਰੇ ਕੰਪਿਊਟਰ ਸਿਸਟਮ ਦੇ ਫੰਕਸ਼ਨਸ ਨੂੰ ਜਾਂ ਜਿੰਨੇ ਵੀ ਉਹਦੇ ਹਾਰਡਵੇਅਰ ਨੇ ਸੌਫਟਵੇਅਰ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸੌਫਟਵੇਅਰ ਕੰਟਰੋਲ ਕਰਦਾ ਹੈ ਉਸ ਨੂੰ ਅਸੀਂ ਸਿਸਟਮ ਸੌਫਟਵੇਅਰ ਬੋਲਦੇ ਹਾਂ। ਐਪਲੀਕੇਸ਼ਨ ਸੌਫਟਵੇਅਰ ਕੈਨ ਨਾਟ ਵਰਕ ਵਿਦਾਊਟ ਸਿਸਟਮ ਸੌਫਟਵੇਅਰ। ਜਿੰਨੇ ਵੀ ਤੁਸੀਂ ਆਪਣੇ ਸਿਸਟਮ ਵਿੱਚ ਐਪਲੀਕੇਸ਼ਨ ਸੌਫਟਵੇਅਰ ਯੂਜ਼ ਕਰਦੇ ਹੋ, ਅਗਰ ਤੁਹਾਡੇ ਸਿਸਟਮ ਦੇ ਵਿੱਚ ਸਿਸਟਮ ਸੌਫਟਵੇਅਰ ਹੈ ਤਾਂ ਉਹ ਵਰਕ ਕਰਨਗੇ, ਅਦਰਵਾਈਜ਼ ਐਪਲੀਕੇਸ਼ਨ ਸੌਫਟਵੇਅਰ ਸਿਸਟਮ ਸੌਫਟਵੇਅਰ ਤੋਂ ਬਗੈਰ ਕੰਮ ਨਹੀਂ ਕਰਦੇ। ਸਿਸਟਮ ਸੌਫਟਵੇਅਰ ਆਰ of many types, for example operating system, language translator and utility program। different type ਦੇ ਸਿਸਟਮ ਸੌਫਟਵੇਅਰ ਹੁੰਦੇ ਨੇ, ਜਿਵੇਂ ਆਪਰੇਟਿੰਗ ਸਿਸਟਮ ਜਿਹੜੇ ਸਾਡੇ ਪੂਰੇ ਸਿਸਟਮ ਨੂੰ ਆਪਰੇਟ ਕਰਨ ਲਈ ਯੂਜ਼ ਕੀਤੇ ਜਾਂਦੇ ਨੇ, ਲੈਂਗੁਏਜ ਟਰਾਂਸਲੇਟਰ ਜਾਂ ਯੂਟਿਲਿਟੀ ਪ੍ਰੋਗਰਾਮ। ਲੈਂਗੁਏਜ ਟਰਾਂਸਲੇਟਰ ਤੋਂ ਭਾਵ ਜਿਵੇਂ ਤੁਹਾਡਾ ਕੰਪਾਈਲਰ ਹੋ ਗਿਆ, ਇੰਟਰਪ੍ਰੇਟਰ ਹੋ ਗਿਆ, ਅਤੇ ਜਿੰਨੇ ਵੀ ਯੂਟਿਲਿਟੀ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਸਿਸਟਮ ਸੌਫਟਵੇਅਰ ਬੋਲਦੇ ਹਾਂ। ਕੁਐਸਚਨ ਨੰਬਰ 2 ਐਕਸਪਲੇਨ ਡਾਟਾਬੇਸ ਸੌਫਟਵੇਅਰ। ਡਾਟਾਬੇਸ ਸੌਫਟਵੇਅਰ ਕੀ ਹੁੰਦੇ ਨੇ? ਡਾਟਾਬੇਸ ਸੌਫਟਵੇਅਰ ਇਜ਼ ਐਨ ਆਫਿਸ ਪ੍ਰੋਡਕਟਿਵਿਟੀ ਟੂਲਸ। ਡਾਟਾਬੇਸ ਸੌਫਟਵੇਅਰ ਨੂੰ ਅਸੀਂ ਇੱਕ ਆਫਿਸ ਪ੍ਰੋਡਕਟਿਵਿਟੀ ਟੂਲਸ ਬੋਲਦੇ ਹਾਂ। ਉਹ ਇਸ ਲਈ ਬੋਲਦੇ ਹਾਂ ਕਿਉਂਕਿ ਕਿਸੇ ਵੀ ਆਫਿਸ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਡਾਟਾਬੇਸ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਇਟ ਇਜ਼ ਅ ਕਲੈਕਸ਼ਨ ਆਫ ਰਿਲੇਟਡ ਡਾਟਾ। ਬੇਸਿਕਲੀ ਡਾਟਾਬੇਸ ਕੀ ਹੁੰਦਾ? ਇੰਟਰਲੇਟਡ ਡਾਟੇ ਦੇ ਗਰੁੱਪ ਨੂੰ ਜਾਂ ਇੰਟਰਲੇਟਡ ਡਾਟੇ ਦੀ ਕਲੈਕਸ਼ਨ ਨੂੰ ਅਸੀਂ ਡਾਟਾਬੇਸ ਬੋਲਦੇ ਹਾਂ। The purpose of these tools is to organize and manage data। ਸਾਡੇ ਡਾਟਾਬੇਸ ਜਿੰਨੇ ਵੀ ਸੌਫਟਵੇਅਰ ਹੁੰਦੇ ਨੇ ਇਹਨਾਂ ਦਾ ਮੇਨ ਕੰਮ ਕੀ ਹੁੰਦਾ ਹੈ? ਤੁਹਾਡੇ ਡਾਟਾਬੇਸ ਨੂੰ ਆਰਗੇਨਾਈਜ਼ ਕਰਨਾ ਅਤੇ ਮੈਨੇਜ ਕਰਨਾ। Organizations and companies use this software to store their data। MS Access, Oracle, etc. are the example of database software। There are different types of database software, for example MS Access or Oracle। ਅਸੀਂ ਇਹਨਾਂ ਸਾਰੇ ਹੀ ਸੌਫਟਵੇਅਰ ਨੂੰ ਯੂਜ਼ ਕਰਦੇ ਹਾਂ ਆਪਣੇ ਡਾਟਾਬੇਸ ਨੂੰ ਮੈਨੇਜ ਕਰਨ ਲਈ। ਵੱਖ-ਵੱਖ ਤਰ੍ਹਾਂ ਦੀਆਂ ਜੋ ਕੰਪਨੀਜ਼ ਹੁੰਦੀਆਂ ਨੇ ਉਹ ਆਪਣੇ ਇੰਪਲੋਈਜ਼ ਦਾ ਡਾਟਾ, ਆਪਣਾ ਫਾਈਨੈਂਸ਼ੀਅਲ ਰਿਕਾਰਡਸ ਜਾਂ ਹੋਰ ਵੀ ਜਿੰਨੇ ਵੀ ਕਿਸਮ ਦਾ ਡਾਟਾ ਉਹਨਾਂ ਦੀ ਕੰਪਨੀ ਨਾਲ ਰਿਲੇਟਡ ਹੁੰਦਾ ਉਹ ਸਾਰੇ ਹੀ ਆਪਣੇ ਡਾਟੇ ਨੂੰ ਸੇਵ ਕਰਨ ਲਈ ਇਹਨਾਂ ਡਾਟਾਬੇਸ ਸੌਫਟਵੇਅਰ ਨੂੰ ਯੂਜ਼ ਕਰਦੇ ਨੇ। ਬੇਸਿਕਲੀ ਡਾਟਾਬੇਸ ਸੌਫਟਵੇਅਰ ਈਜ਼ੀਲੀ ਤੁਹਾਡੇ ਡਾਟਾਬੇਸ ਨੂੰ ਮੈਨੇਜ ਕਰਦੇ ਨੇ। ਤੁਸੀਂ ਡਾਟਾਬੇਸ ਸੌਫਟਵੇਅਰ ਦੀ ਮਦਦ ਦੇ ਨਾਲ ਆਪਣੇ ਡਾਟੇ ਨੂੰ ਆਰਾਮ ਦੇ ਨਾਲ ਐਕਸੈਸ ਕਰ ਸਕਦੇ ਹੋ, ਫਿਊਚਰ ਦੇ ਵਿੱਚ ਯੂਜ਼ ਕਰਨ ਲਈ ਇਸਨੂੰ ਸੇਵ ਕਰਕੇ ਰੱਖ ਸਕਦੇ ਹੋ। ਇਹਨਾਂ ਸਾਰੇ ਹੀ ਸੌਫਟਵੇਅਰ ਜੋ ਤੁਹਾਡੇ ਡਾਟਾਬੇਸ ਨਾਲ ਵਰਕ ਕਰਨ ਲਈ ਯੂਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਡਾਟਾਬੇਸ ਸੌਫਟਵੇਅਰ ਬੋਲਦੇ ਹਾਂ।
ਅੱਗੇ ਅਸੀਂ ਗੱਲ ਕਰਦੇ ਹਾਂ ਕੁਐਸਚਨ ਨੰਬਰ 3 ਦੀ, ਐਕਸਪਲੇਨ ਮਲਟੀਮੀਡੀਆ ਸੌਫਟਵੇਅਰ। अगर मल्टीमीडिया वर्ड की गल करते हैं तो बेसिकली इट इज़ ए कंबीनेशन ऑफ टू वर्ड, फस्ट इज़ मल्टी एंड सैकेंड इज़ मीडिया। मल्टी तो भाव ज़्यादा और मीडिया तो भाव माध्यम, यानी कि ਜਦੋਂ ਅਸੀਂ ਵੱਖ-ਵੱਖ ਮਾਧਿਅਮ ਦੇ ਕੰਟੈਂਟਸ ਨੂੰ ਇੱਕੋ ਜਗ੍ਹਾ 'ਤੇ ਸੇਵ ਕਰਦੇ ਹਾਂ, ਇੱਕੋ ਜਗ੍ਹਾ 'ਤੇ ਕੰਬਾਈਨ ਕਰਦੇ ਹਾਂ, ਤਾਂ ਉਹਨਾਂ ਨੂੰ ਕੰਬਾਈਨ ਕਰਨ ਲਈ ਜਿਹੜੇ ਸੌਫਟਵੇਅਰ ਯੂਜ਼ ਕੀਤੇ ਜਾਂਦੇ ਆ ਉਹਨਾਂ ਨੂੰ ਅਸੀਂ ਮਲਟੀਮੀਡੀਆ ਸੌਫਟਵੇਅਰ ਬੋਲਦੇ ਹਾਂ। देयर आर मैनी कंपोनेंट्स ऑफ मल्टीमीडिया ਦੇ ਕਈ ਕੰਪੋਨੈਂਟਸ ਹੁੰਦੇ ਨੇ। ਐਗਜ਼ਾਮਪਲ ਟੈਕਸਟ, ਪਿਕਚਰ, ਆਡੀਓ, ਵੀਡੀਓ, ਐਨੀਮੇਸ਼ਨਸ, ਇਹ ਸਾਰੇ ਹੀ ਮਿਲ ਕੇ ਇੱਕ ਫਾਈਲ ਨੂੰ ਤਿਆਰ ਕਰਦੇ ਨੇ ਜਿਹਨੂੰ ਅਸੀਂ ਮਲਟੀਮੀਡੀਆ ਫਾਈਲ ਬੋਲਦੇ ਹਾਂ। ਮਲਟੀਮੀਡੀਆ ਸੌਫਟਵੇਅਰ ਹੈਲਪਸ ਯੂਜ਼ਰ ਟੂ ਮੇਕ ਔਰ ਪਲੇ ਮਲਟੀਮੀਡੀਆ ਫਾਈਲਸ ਵਿਦ ਦ ਹੈਲਪ ਆਫ ਥੀਸ ਕੰਪੋਨੈਂਟਸ। ਜਿਹੜੇ ਮਲਟੀਮੀਡੀਆ ਸੌਫਟਵੇਅਰ ਹੁੰਦੇ ਨੇ ਉਹ ਤੁਹਾਡੀ ਮਲਟੀਮੀਡੀਆ ਫਾਈਲਸ ਨੂੰ ਪਲੇ ਕਰਨ ਲਈ ਜਾਂ ਬਣਾਉਣ ਲਈ ਯੂਜ਼ ਕੀਤੇ ਜਾਂਦੇ ਨੇ। मीडिया प्लेयर्स एंड रियल प्लेयर्स आर एग्जाम्पल ऑफ मल्टीमीडिया टूल्स। जिवें तुसीं अपने कंप्यूटर दे विच ਵੱਖ-ਵੱਖ ਤਰ੍ਹਾਂ ਦੇ ਮੀਡੀਆ ਪਲੇਅਰ ਯੂਜ਼ ਕਰਦੇ ਹੋ ਜਾਂ ਰੀਅਲ ਪਲੇਅਰ ਯੂਜ਼ ਕਰਦੇ ਹੋ, ਜੈਟ ਆਡੀਓ ਯੂਜ਼ ਕਰਦੇ ਹੋ, ਇਹ ਸਾਰੇ ਹੀ ਮਲਟੀਮੀਡੀਆ ਟੂਲਸ ਨੇ। ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਵੀ ਕਿਸੇ ਆਡੀਓ ਫਾਈਲ ਨੂੰ ਜਾਂ ਵੀਡੀਓ ਫਾਈਲ ਨੂੰ ਪਲੇ ਕਰਨਾ ਚਾਹੁੰਦੇ ਹੋ, ਚਲਾ ਕੇ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਕੋਈ ਨਾ ਕੋਈ ਮਲਟੀਮੀਡੀਆ ਟੂਲ ਇੰਸਟਾਲ ਕਰਨਾ ਪਏਗਾ ਅਤੇ ਉਹ ਮਲਟੀਮੀਡੀਆ ਟੂਲ ਤੁਹਾਡੀ ਉਸ ਫਾਈਲ ਨੂੰ ਪਲੇ ਕਰੇਗਾ। नेक्स्ट क्वेश्चन है, व्हाट इज ए पेज ब्रेक एंड हाउ ए पेज ब्रेक कैन बी इंसर्टेड। पेज ब्रेक इज एन इंपॉर्टेंट कमांड ऑफ MS वर्ड। MS वर्ड की एक इंपॉर्टेंट कमांड है पेज ब्रेक। इट इज यूज टू इंसर्ट अ न्यू पेज इन आवर डॉक्यूमेंट। ये बेसिकली इसका काम की है कि तुसी अपने डॉक्यूमेंट दे विच जो नवा पेज ऐड करना है तो तुसी इसनू यूज कर दियो। वैसे ऑटोमैटिकली तुहाडा डॉक्यूमेंट दे विच MS वर्ड पेज ब्रेक ਨੂੰ ਐਡ ਕਰ ਦਿੰਦਾ ਹੈ। ਜਦੋਂ ਵੀ ਤੁਸੀਂ ਪੇਜ ਦੇ ਐਂਡ ਉੱਪਰ ਜਾਂਦੇ ਹੋ ਅਤੇ ਟਾਈਪ ਕਰਦੇ ਹੋ ਤਾਂ ਆਟੋਮੈਟਿਕਲੀ ਤੁਹਾਡਾ ਲਿਖਿਆ ਗਿਆ ਜੋ ਵੀ ਟੈਕਸਟ ਹੁੰਦਾ ਹੈ ਨੈਕਸਟ ਪੇਜ ਉੱਪਰ ਮੂਵ ਹੋ ਜਾਂਦਾ ਹੈ। ਅਗਰ ਤੁਸੀਂ ਮੈਨੂਅਲੀ ਕਿਸੇ ਪੇਜ ਬ੍ਰੇਕ ਨੂੰ ਐਡ ਕਰਨਾ ਚਾਹੁੰਦੇ ਹੋ ਤਾਂ ਉਸਦੇ ਕੁਝ ਸਟੈਪ ਹੁੰਦੇ ਨੇ। ਨੰਬਰ 1, ਕਲਿੱਕ ਐਟ ਦ ਲੋਕੇਸ਼ਨ ਵੇਅਰ ਯੂ ਵਾਂਟ ਟੂ ਇੰਸਰਟ ਅ ਨਿਊ ਪੇਜ। ਤੁਸੀਂ ਆਪਣੇ ਪੂਰੇ ਡਾਕੂਮੈਂਟ ਦੇ ਵਿੱਚ ਜਿਸ ਜਗ੍ਹਾ ਤੋਂ ਵੀ ਨਵਾਂ ਪੇਜ ਤਿਆਰ ਕਰਨਾ ਚਾਹੁੰਦੇ ਹੋ ਤੁਸੀਂ ਉਸ ਲੋਕੇਸ਼ਨ ਦੇ ਉੱਪਰ ਕਲਿੱਕ ਕਰੋ ਜਾਂ विद द हैल्प ऑफ एरो कीज़ तुसी अपने कर्सर नू उस जगह के उपर लैके जाओ। नंबर 2, क्लिक ऑन इंसर्ट टैब। नंबर 3, क्लिक ऑन पेज ब्रेक ऑप्शन इन पेज ग्रुप। पेज ग्रुप दे विच जाके पेज ब्रेक ऑप्शन के उपर क्लिक करो। ਜਦੋਂ भी तुसी पेज ब्रेक उपर क्लिक करते हो तो ऑटोमैटिकली तुहाडा एक नवा पेज ਤਿਆਰ ਹੋ ਜਾਵੇਗਾ ਅਤੇ ਜਿਸ ਜਗ੍ਹਾ ਤੋਂ ਤੁਸੀਂ ਕਲਿੱਕ ਕੀਤਾ ਸੀ ਉਸ ਤੋਂ ਅੱਗੇ ਦਾ ਜੋ ਵੀ ਟੈਕਸਟ ਹੈ ਨਿਊ ਪੇਜ ਉੱਪਰ ਮੂਵ ਹੋ ਜਾਵੇਗਾ। अगर तुसी विद द हैल्प ऑफ कीबोर्ड पेज ब्रेक ऐड करना चाहते हो तो तुसी एंटर बटन ਨੂੰ यूज़ कर सकते हो। तुसी कंट्रोल बटन प्रेस करके उस नाल अगर एंटर बटन प्रेस करते हो तो तुहाडे डॉक्यूमेंट दे विच नवा पेज ऐड हो जाएगा। अगे असीं गल करते हैं कुछ लॉन्ग आंसर टाइप क्वेश्चंस की। नंबर 1, वट आर ऑफिस टूल्स, एक्सप्लेन एनी 5 टाइप्स ऑफ ऑफिस टूल्स। ऑफिस टूल्स की हुंदे ने अते कोई 5 ऑफिस टूल्स ਨੂੰ ਐਕਸਪਲੇਨ ਕਰੋ। ਜਿਵੇਂ ਕਿ ਤੁਸੀਂ ਜਾਣਦੇ ਹੋ ऑफिस टूल्स इज़ अ कैटेगरी ऑफ दोज एप्लीकेशन प्रोग्राम्स which helps user to prepare documents, database, graphic, worksheet, presentations। बेसिकली ऑफिस टूल्स ਉਹ ਵਾਲੇ ਟੂਲਸ ਹੁੰਦੇ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਹੈ ਡਾਕੂਮੈਂਟਸ ਕ੍ਰੀਏਟ ਕਰਨ ਲਈ, ਡਾਟਾਬੇਸ ਕ੍ਰੀਏਟ ਕਰਨ ਲਈ, ਗ੍ਰਾਫਿਕ, ਵਰਕਸ਼ੀਟ ਜਾਂ ਪ੍ਰੈਜੈਂਟੇਸ਼ਨ ਕ੍ਰੀਏਟ ਕਰਨ ਲਈ। ਇਹਨਾਂ ਸਾਰਿਆਂ ਨੂੰ ਹੀ ਅਸੀਂ ऑफिस टूल्स ਬੋਲਦੇ ਹਾਂ। कुछ कॉमन ਜਿਹੜੇ ਅਸੀਂ ਆਮ ਵਰਤੋਂ ਵਾਲੇ ऑफिस टूल्स ਆਪਣੇ ਕੰਪਿਊਟਰ ਵਿੱਚ ਯੂਜ਼ ਕਰਦੇ ਹਾਂ। ਨੰਬਰ 1, word processor tools। These tools are used to prepare documents or letters। MS Word, WordPad, Notepad are the example of commonly used word processor tools। word processor tools ਉਹ ਵਾਲੇ ਟੂਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਡਾਕੂਮੈਂਟਸ ਜਾਂ ਲੈਟਰਸ ਕ੍ਰੀਏਟ ਕਰਦੇ ਹੋ। ਤੁਸੀਂ ਟੈਕਸਟ ਬੇਸ ਜਿਨ੍ਹਾਂ ਦੇ ਵਿੱਚ ਕੰਮ ਕਰਦੇ ਹੋ। MS Word, WordPad, ਨੋਟਪੈਡ ਇਹ ਕੁਛ ਕੋਮਨਲੀ ਯੂਜ਼ਡ ਜਿਹੜੇ ਅਸੀਂ ਆਪਣੇ ਸਿਸਟਮ ਵਿੱਚ ਯੂਜ਼ ਕਰਦੇ ਹਾਂ ਇਹਨਾਂ ਨੂੰ ਅਸੀਂ ਵਰਡ ਪ੍ਰੋਸੈਸਰ ਸੌਫਟਵੇਅਰ ਬੋਲਦੇ ਹਾਂ। ਨੰਬਰ 2, ਸਪਰੈਡਸ਼ੀਟ ਟੂਲਸ। ਥੀਜ਼ ਟੂਲਸ ਆਰ ਯੂਜ਼ਡ ਟੂ ਪਰਫਾਰਮ ਡਿਫਰੈਂਟ ਟਾਈਪਸ ਆਫ ਕੈਲਕੂਲੇਸ਼ਨ। ਐਕਸਲ ਐਂਡ ਲੋਟਸ ਆਰ ਦਾ ਬੈਸਟ ਐਗਜ਼ਾਮਪਲ ਆਫ ਸੱਚ ਟਾਈਪ ਆਫ ਸੌਫਟਵੇਅਰ। ਉਹ ਵਾਲੇ ਸੌਫਟਵੇਅਰ ਜਿਨ੍ਹਾਂ ਦੀ ਵਰਤੋਂ ਡਿਫਰੈਂਟ ਟਾਈਪ ਦੀਆਂ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਨ ਲਈ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਸਪਰੈਡਸ਼ੀਟ ਟੂਲਸ ਬੋਲਦੇ ਹਾਂ। ਐਗਜ਼ਾਮਪਲ ਤੁਸੀਂ ਐਕਸਲ ਨੂੰ ਜਾਣਦੇ ਹੋ, ਜਿਵੇਂ ਤੁਸੀਂ ਐਕਸਲ ਦੇ ਵਿੱਚ ਕੰਮ ਕਰਦੇ ਹੋ। ਬੇਸਿਕਲੀ ਐਕਸਲ ਇੱਕ ਕਾਮਨਲੀ ਯੂਜ਼ਡ ਹੋਣ ਵਾਲਾ ਇੱਕ ਸਪਰੈਡਸ਼ੀਟ ਟੂਲਸ ਹੈ।
Number 3, presentation tools. These tools are used to prepare presentation. PowerPoint is the one of the most commonly used tool for this purpose. ਪ੍ਰੈਜੈਂਟੇਸ਼ਨ ਟੂਲਸ ਉਹ ਵਾਲੇ ਟੂਲਸ ਹੁੰਦੇ ਨੇ ਜਿਨ੍ਹਾਂ ਵਿੱਚ ਤੁਸੀਂ ਸਲਾਈਡਸ ਤਿਆਰ ਕਰਦੇ ਹੋ ਜਾਂ ਪ੍ਰੈਜੈਂਟੇਸ਼ਨ ਤਿਆਰ ਕਰਦੇ ਹੋ। ਜਿਵੇਂ ਪਾਵਰਪੁਆਇੰਟ ਦੇ ਵਿੱਚ ਤੁਸੀਂ ਜੋ ਵੀ ਕੰਮ ਕਰਦੇ ਹੋ, ਪਾਵਰਪੁਆਇੰਟ ਇੱਕ ਪ੍ਰੈਜੈਂਟੇਸ਼ਨ ਟੂਲ ਹੈ ਜਿਸ ਵਿੱਚ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਤਿਆਰ ਕਰ ਸਕਦੇ ਹੋ, ਪਲੇ ਕਰ ਸਕਦੇ ਹੋ। ਨੰਬਰ 4, ਡਾਟਾਬੇਸ ਟੂਲਸ। These tools are used to organize database. ਡਾਟਾਬੇਸ ਟੂਲਸ ਉਹ ਵਾਲੇ ਟੂਲਸ ਹੁੰਦੇ ਨੇ ਜਿਹੜੇ ਡਾਟਾਬੇਸ ਨੂੰ ਆਰਗੇਨਾਈਜ਼ ਕਰਨ ਲਈ, ਡਾਟਾਬੇਸ ਨੂੰ ਮੈਨੇਜ ਕਰਨ ਲਈ ਯੂਜ਼ ਕੀਤੇ ਜਾਂਦੇ ਨੇ। ਐਗਜ਼ਾਮਪਲ ਮਾਈਕਰੋਸੋਫਟ ਐਕਸੈਸ ਜਾਂ ਓਰੈਕਲ, ਇਹ ਤੁਹਾਡੇ ਡਾਟਾਬੇਸ ਟੂਲਸ ਨੇ। ਲਾਸਟ, multimedia tools. These tools are used to prepare and play audio video files. Media player and real players are the example of multimedia tools. ਮਲਟੀਮੀਡੀਆ ਟੂਲਸ ਉਹ ਵਾਲੇ ਟੂਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕਿਸੇ ਆਡੀਓ ਫਾਈਲ ਨੂੰ ਜਾਂ ਵੀਡੀਓ ਫਾਈਲ ਨੂੰ ਪਲੇ ਕਰਕੇ ਦੇਖਦੇ ਹੋ ਜਾਂ ਉਸ ਨੂੰ ਕ੍ਰੀਏਟ ਕਰਦੇ ਹੋ, ਤਿਆਰ ਕਰਦੇ ਹੋ। ਉਹਨਾਂ ਸਾਰੇ ਹੀ ਸੌਫਟਵੇਅਰ ਨੂੰ ਅਸੀਂ ਮਲਟੀਮੀਡੀਆ ਟੂਲਸ ਬੋਲਦੇ ਹਾਂ। ਅਗਰ ਅਸੀਂ ਆਫਿਸ ਟੂਲ ਪੈਕੇਜ ਦੀ ਗੱਲ ਕਰਦੇ ਹਾਂ ਤਾਂ ਮਾਈਕਰੋਸੋਫਟ ਆਫਿਸ ਨਾਂ ਦਾ ਇੱਕ ਪੈਕੇਜ ਹੈ ਜੋ ਮਾਈਕਰੋਸੋਫਟ ਕੰਪਨੀ ਨੇ ਤਿਆਰ ਕੀਤਾ ਹੈ। ਇੱਕ ਬੈਸਟ ਐਗਜ਼ਾਮਪਲ ਹੈ ਤੁਹਾਡੇ ਆਫਿਸ ਟੂਲਸ ਦੀ। ਅਗਲਾ ਕੁਐਸਚਨ ਹੈ, ਰਾਈਟ ਦ ਸਟੈਪਸ ਟੂ ਪ੍ਰਪੇਅਰ ਐਨੂਅਲ ਰਿਪੋਰਟ ਆਫ ਸਟੂਡੈਂਟ ਯੂਜ਼ਿੰਗ ਮੇਲ ਮਰਜ। ਅਗਰ ਜਿਵੇਂ ਤੁਸੀਂ ਮੇਲ ਮਰਜ ਦੇ ਬਾਰੇ ਜਾਣਦੇ ਹੋ ਕਿ ਮੇਲ ਮਰਜ ਦੀ ਵਰਤੋਂ ਕਰਕੇ ਅਗਰ ਤੁਸੀਂ ਵੱਖ-ਵੱਖ ਸਟੂਡੈਂਟਸ ਦੀ ਐਨੂਅਲ ਰਿਪੋਰਟ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਸਟੈਪ ਕੀ ਨੇ। ਨੰਬਰ 1, ਪ੍ਰਪੇਅਰ ਸਟੂਡੈਂਟਸ ਰਿਜ਼ਲਟ ਡਾਟਾ ਇਨ ਐਕਸਲ ਸ਼ੀਟ ਐਂਡ ਸੇਵ। ਤੁਸੀਂ ਐਕਸਲ ਓਪਨ ਕਰੋ, ਉਸ ਵਿੱਚ ਜਿਸ ਤਰ੍ਹਾਂ ਦਾ ਵੀ ਤੁਸੀਂ ਡਾਟਾ ਤਿਆਰ ਕਰਨਾ ਚਾਹੁੰਦੇ ਹੋ, ਲਾਈਕ ਬੱਚਿਆਂ ਦਾ ਰਿਜ਼ਲਟ ਤਿਆਰ ਕਰਨਾ ਚਾਹੁੰਦੇ ਹੋ, ਬੱਚੇ ਦਾ ਨੇਮ, ਫਾਦਰ ਨੇਮ, ਸਬਜੈਕਟ ਨੇਮ ਅਤੇ ਲਾਸਟ ਉੱਪਰ ਉਸਦਾ ਰਿਜ਼ਲਟ, ਟੋਟਲ ਮਾਰਕਸ, ਇੱਕ ਐਕਸਲ ਦੀ ਫਾਈਲ ਤਿਆਰ ਕਰਕੇ ਉਸਨੂੰ ਆਪਣੇ ਸਿਸਟਮ ਵਿੱਚ ਸੇਵ ਕਰ ਲਵੋ ਕੋਈ ਵੀ ਨਾਮ ਦੇ ਕੇ। ਨੰਬਰ 2, ਪ੍ਰਪੇਅਰ ਦਾ ਫਾਰਮੈਟ ਆਫ ਸਟੂਡੈਂਟਸ ਐਨੂਅਲ ਰਿਪੋਰਟ ਇਨ MS ਵਰਡ। ਫਿਰ ਤੁਸੀਂ MS ਵਰਡ ਓਪਨ ਕਰੋ ਅਤੇ ਤੁਸੀਂ ਜੋ ਵੀ ਸਰਟੀਫਿਕੇਟ ਤਿਆਰ ਕਰਨਾ ਚਾਹੁੰਦੇ ਹੋ, ਲਾਈਕ ਜਿਸ ਤਰ੍ਹਾਂ ਦਾ ਵੀ ਤੁਸੀਂ ਸਰਟੀਫਿਕੇਟ ਦੀ ਲੁੱਕ ਦੇਣੀ ਚਾਹੁੰਦੇ ਹੋ, ਤੁਸੀਂ ਉਹਦੀ ਇੱਕ ਫਾਰਮੈਟ, ਬਲੈਂਕ ਫਾਰਮੈਟ ਤਿਆਰ ਕਰੋ। ਨੰਬਰ 3, ਕਲਿੱਕ ਦਾ ਸਟਾਰਟ ਮੇਲ ਮਰਜ ਐਂਡ ਲੈਟਰਸ ਇਨ ਦਾ ਮੇਲਿੰਗ ਟੈਬ। ਅਗਰ ਤੁਸੀਂ ਮੇਲਿੰਗ ਟੈਬ ਦੇ ਵਿੱਚ ਦੇਖੋਗੇ ਤਾਂ ਉਸ ਵਿੱਚ ਤੁਹਾਨੂੰ ਇੱਕ ਆਪਸ਼ਨ ਮਿਲੇਗੀ ਸਟਾਰਟ ਮੇਲ ਮਰਜ ਐਂਡ ਲੈਟਰਸ। ਨੰਬਰ 4, ਕਲਿੱਕ ਔਨ ਸਿਲੈਕਟ ਰੈਸੀਪੀਐਂਟ ਐਂਡ ਯੂਜ਼ ਐਗਜ਼ਿਸਟਿੰਗ ਲਿਸਟ ਆਪਸ਼ਨ। ਸਿਲੈਕਟ ਰੈਸੀਪੀਐਂਟ ਅਤੇ ਯੂਜ਼ ਐਗਜ਼ਿਸਟਿੰਗ ਲਿਸਟ ਆਪਸ਼ਨ ਦੇ ਉੱਪਰ ਕਲਿੱਕ ਕਰੋ। ਨੰਬਰ 5, ਇਟ ਵਿਲ ਓਪਨ ਸਿਲੈਕਟ ਟੇਬਲ ਡਾਇਲੌਗ ਬਾਕਸ, ਸਿਲੈਕਟ ਦਾ ਐਕਸਲ ਸ਼ੀਟ ਹੈਵਿੰਗ ਸਟੂਡੈਂਟ ਰਿਜ਼ਲਟ ਡਾਟਾ। ਤੁਸੀਂ ਟੇਬਲ ਦੇ ਉੱਪਰ ਜਦੋਂ ਕਲਿੱਕ ਕਰਦੇ ਹੋ ਤਾਂ ਤੁਸੀਂ ਆਪਣੇ ਉਹ ਵਾਲੇ ਡਾਕੂਮੈਂਟ ਨੂੰ ਸਿਲੈਕਟ ਕਰੋ ਜਿਸ ਨੂੰ ਤੁਸੀਂ ਐਕਸਲ ਦੇ ਵਿੱਚ ਕਿਸੇ ਨਾਮ ਦੇ ਨਾਲ ਸੇਵ ਕੀਤਾ ਸੀ। ਨੰਬਰ 6, ਮੂਵ ਦਾ ਕਰਸਰ ਟੂ ਦਾ ਲੋਕੇਸ਼ਨ ਇਨ ਦਾ ਰਿਪੋਰਟ ਵੇਅਰ ਯੂ ਵਾਂਟ ਟੂ ਇਨਸਰਟ ਡਾਟਾ। ਫਿਰ ਤੁਸੀਂ ਆਪਣੇ MS ਵਰਡ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਵੀ ਡਾਟੇ ਨੂੰ ਇਨਸਰਟ ਕਰਨਾ ਚਾਹੁੰਦੇ ਹੋ, ਆਪਣੇ ਕਰਸਰ ਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਜਾਓ। ਫੋਰ ਐਗਜ਼ਾਮਪਲ ਅਸੀਂ ਕਿਸੇ ਖਾਸ ਲੋਕੇਸ਼ਨ ਦੇ ਉੱਪਰ ਬੱਚੇ ਦਾ ਨਾਮ ਐਡ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਸ ਜਗ੍ਹਾ ਦੇ ਉੱਪਰ ਕਲਿੱਕ ਕਰਾਂਗੇ। ਅਗਰ ਕਿਸੇ ਜਗ੍ਹਾ ਦੇ ਉੱਪਰ ਅਸੀਂ ਬੱਚੇ ਦੇ ਫਾਦਰ ਨੇਮ ਨੂੰ ਐਡ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਸ ਜਗ੍ਹਾ ਦੇ ਉੱਪਰ ਕਲਿੱਕ ਕਰਾਂਗੇ। ਨੰਬਰ 7, ਕਲਿੱਕ ਔਨ ਦਾ ਇਨਸਰਟ ਮਰਜ ਫੀਲਡਸ ਐਂਡ ਡਰੋਪ ਡਾਊਨ ਲਿਸਟ ਵਿਲ ਅਪੀਅਰ ਵਿਚ ਡਿਸਪਲੇ ਆਲ ਦਾ ਫੀਲਡ ਆਫ ਰਿਜ਼ਲਟ ਸ਼ੀਟ। ਉਸ ਤੋਂ ਬਾਅਦ ਤੁਸੀਂ ਇਨਸਰਟ ਮਰਜ ਫੀਲਡ ਦੇ ਵਿੱਚ ਜਾ ਕੇ ਇੱਕ ਡਰੋਪ ਡਾਊਨ ਲਿਸਟ ਨੂੰ ਦੇਖੋਗੇ ਜਿਸ ਵਿੱਚ ਤੁਹਾਨੂੰ ਸਾਰੀਆਂ ਹੀ ਪ੍ਰੋਪਰਟੀਜ਼ ਦਿਖਾਈ ਦੇਣਗੀਆਂ ਜੋ ਤੁਸੀਂ ਐਕਸਲ ਦੇ ਵਿੱਚ ਤਿਆਰ ਕੀਤੀਆਂ ਸਨ। ਫਰੋਮ ਦਾ ਡਰੋਪ ਡਾਊਨ ਲਿਸਟ ਕਲਿੱਕ ਦਾ ਰਿਕੁਆਇਰਡ ਫੀਲਡ which we want to insert at the cursor location. For example, ਅਸੀਂ ਜਿਸ ਜਗ੍ਹਾ ਦੇ ਉੱਪਰ ਸਟੂਡੈਂਟ ਦਾ ਨਾਮ ਐਡ ਕਰਨਾ ਚਾਹੁੰਦੇ ਹਾਂ, ਅਸੀਂ ਉਸ ਜਗ੍ਹਾ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਟੂਡੈਂਟ ਨੇਮ ਦੇ ਉੱਪਰ ਕਲਿੱਕ ਕਰੀਏ। ਜਿਸ ਜਗ੍ਹਾ ਦੇ ਉੱਪਰ ਫਾਦਰ ਨੇਮ ਨੂੰ ਐਡ ਕਰਨਾ ਚਾਹੁੰਦੇ ਹਾਂ ਉਸ ਜਗ੍ਹਾ 'ਤੇ ਕਰਸਰ ਨੂੰ ਲੈ ਕੇ ਜਾ ਕੇ, ਉਸ ਜਗ੍ਹਾ ਦੇ ਉੱਪਰ ਆਪਣੇ ਕਰਸਰ ਨੂੰ ਲੈ ਕੇ ਜਾ ਕੇ ਤੁਸੀਂ ਫਾਦਰ ਨੇਮ ਉੱਤੇ ਕਲਿੱਕ ਕਰੋ ਅਤੇ 1 ਬਾਈ 1 ਉਹਨਾਂ ਸਾਰੀਆਂ ਹੀ ਲੋਕੇਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਉਹਨਾਂ ਫੀਲਡਸ ਨੂੰ ਐਡ ਕਰ ਦਿਓ। ਸਟੈਪ ਨੰਬਰ 9, ਕਲਿੱਕ ਔਨ ਦਾ ਮਰਜ ਐਂਡ ਫਿਨਿਸ਼। ਅਤੇ ਲਾਸਟ ਜੋ ਸਟੈਪ ਹੈ ਉਸ ਵਿੱਚ ਤੁਸੀਂ ਮਰਜ ਐਂਡ ਫਿਨਿਸ਼ ਉੱਪਰ ਕਲਿੱਕ ਕਰੋਗੇ। A new Word document file will open which show the annual report cards of all the students. ਤੁਸੀਂ ਜਿੰਨੇ ਵੀ ਸਟੂਡੈਂਟਸ ਦਾ ਡਾਟਾ ਐਕਸਲ ਦੇ ਵਿੱਚ ਸੇਵ ਕੀਤਾ ਸੀ, ਐਗਜ਼ਾਮਪਲ ਤੁਸੀਂ ਅਗਰ 50 ਸਟੂਡੈਂਟਸ ਦਾ ਡਾਟਾ ਐਕਸਲ ਵਿੱਚ ਸੇਵ ਕੀਤਾ ਸੀ ਤਾਂ ਤੁਹਾਡੇ 50 ਡਾਕੂਮੈਂਟ MS ਵਰਡ ਵਿੱਚ ਬਣ ਜਾਣਗੇ ਜਿਨ੍ਹਾਂ ਦੇ ਉੱਪਰ 1 ਬਾਈ 1 ਸਾਰੇ ਹੀ ਸਟੂਡੈਂਟ ਦੇ ਮਾਰਕਸ ਅਤੇ ਉਹਨਾਂ ਦਾ ਰਿਜ਼ਲਟ ਤੁਹਾਨੂੰ ਦਿਖਾਈ ਦੇਗਾ। ਇਹ ਕੁਝ ਸਟੈਪਸ ਹਨ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਮੇਲ ਮਰਜ ਨੂੰ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਇਸ ਦੀ ਵੀਡੀਓ ਦੇਖਣੀ ਚਾਹੁੰਦੇ ਹੋ, ਪ੍ਰੈਕਟੀਕਲ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਤੁਸੀਂ
ਮੇਰੇ ਚੈਨਲ ਦੇ ਉੱਪਰ 10th ਕਲਾਸ ਚੈਪਟਰ ਨੰਬਰ 1 ਦੀ ਵੀਡੀਓ ਨੂੰ ਦੇਖ ਸਕਦੇ ਹੋ, ਜਿਸ ਵਿੱਚ ਇਸ ਟੌਪਿਕ ਦੇ ਬਾਰੇ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਅਗਲਾ ਕੁਐਸਚਨ ਹੁੰਦਾ ਹੈ, ਵਟ ਆਰ ਟੈਬ ਸਟੌਪਸ, ਐਕਸਪਲੇਨ ਦਾ ਸਟੈਪ ਟੂ ਸੈਟ ਦਾ ਮੈਨੂਅਲ ਟੈਬ ਸਟੌਪ। ਦਾ ਟੈਬ ਸਟੌਪ ਇਜ਼ ਐਨ ਇੰਪੋਰਟੈਂਟ ਫੀਚਰ ਆਫ MS Word। ਇੱਕ ਕਾਫੀ ਇੰਪੋਰਟੈਂਟ ਫੀਚਰ ਹੈ MS Word ਦੀ। ਯੂਜ਼ਿੰਗ ਦਿਸ ਆਪਸ਼ਨ ਵੀ ਕੈਨ represent information in proper and systematic way। ਇਸ ਟੈਬ ਸਟੌਪ ਨੂੰ ਯੂਜ਼ ਕਰਕੇ ਅਸੀਂ ਆਪਣੀ ਇਨਫੋਰਮੇਸ਼ਨ ਨੂੰ ਸਿਸਟਮੈਟਿਕ ਵੇ ਦੇ ਨਾਲ ਪ੍ਰੈਜ਼ੈਂਟ ਕਰ ਸਕਦੇ ਹਾਂ। ਦਿਸ ਆਪਸ਼ਨ ਹੈਲਪਸ ਅਸ ਟੂ ਸੈਟ ਦਾ ਕਰਸਰ ਪੋਜੀਸ਼ਨ ਆਫਟਰ ਪ੍ਰੈਸਿੰਗ ਦਾ ਟੈਬ ਕੀ। ਜਦੋਂ ਵੀ ਅਸੀਂ ਆਪਣੇ ਕੀਬੋਰਡ ਤੋਂ ਟੈਬ ਕੀ ਨੂੰ ਪ੍ਰੈਸ ਕਰਦੇ ਹਾਂ ਤਾਂ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਸਾਡੀ ਜੋ ਕਰਸਰ ਦੀ ਪੋਜੀਸ਼ਨ ਹੈ ਉਹ ਕਿਸ ਜਗ੍ਹਾ ਤੇ ਆਵੇ। ਸੈਟਿੰਗ ਸੱਚ ਕਰਸਰ ਪੋਜੀਸ਼ਨਸ ਐਜ਼ ਪਰ ਆਵਰ ਰਿਕੁਆਇਰਮੈਂਟ ਇਜ਼ ਨੋਨ ਐਜ਼ ਸੈਟਿੰਗ ਮੈਨੂਅਲ ਟੈਬ ਸਟੌਪ। ਜਦੋਂ ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਟੈਬ ਸਟੌਪ ਨੂੰ ਸੈੱਟ ਕਰਦੇ ਹਾਂ ਤਾਂ ਇਸ ਨੂੰ ਬੋਲਿਆ ਜਾਂਦਾ ਹੈ ਮੈਨੂਅਲ ਟੈਬ ਸਟੌਪ ਸੈਟਿੰਗ। ਇਹਦੇ ਕੁਝ ਸਟੈਪ ਹੁੰਦੇ ਨੇ। ਅਗਰ ਤੁਸੀਂ ਆਪਣੀ ਸਕਰੀਨ ਦੀ ਨੀਚੇ ਵਾਲੀ ਸਾਈਡ ਤੇ ਦੇਖ ਰਹੇ ਹੋ ਤਾਂ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਇੱਕ L ਸ਼ੇਪ ਦਾ ਇੱਕ ਸਿੰਬਲ ਦਿਖਾਈ ਦੇ ਰਿਹਾ ਹੈ। ਇਸ ਨੂੰ ਅਸੀਂ ਟੈਬ ਸਟੌਪ ਪਲੇਸ ਬੋਲਦੇ ਹਾਂ। ਜਦੋਂ ਵੀ ਤੁਸੀਂ ਇਸ ਸਿੰਬਲ ਦੇ ਉੱਪਰ ਕਲਿੱਕ ਕਰਦੇ ਹੋ 1 ਬਾਏ 1 ਤਾਂ ਇਹ ਸਿੰਬਲ ਚੇਂਜ ਹੁੰਦਾ ਹੈ ਲੈਫਟ, ਸੈਂਟਰ, ਰਾਈਟ ਦੇ ਉੱਪਰ। ਇਸ ਦੇ ਉੱਪਰ ਬਾਰ-ਬਾਰ ਕਲਿੱਕ ਕਰਨ ਦੇ ਨਾਲ ਤੁਸੀਂ ਆਪਣੇ ਡਾਕੂਮੈਂਟ ਵਿੱਚ ਟੈਬ ਸਟੌਪ ਨੂੰ ਸੈੱਟ ਕਰ ਸਕਦੇ ਹੋ। ਇਹਦੇ ਸਟੈਪ ਕੀ ਹੁੰਦੇ ਨੇ? ਕਲਿੱਕ 1 ਬਾਏ 1 ਦਾ ਟੈਬ ਸਿਲੈਕਟ ਬਟਨ। ਇਸ ਬਟਨ ਨੂੰ ਅਸੀਂ ਬੋਲਦੇ ਹਾਂ ਟੈਬ ਸਿਲੈਕਟ ਬਟਨ। ਤੁਸੀਂ 1 ਬਾਏ 1 ਇਹਦੇ ਉੱਪਰ ਕਲਿੱਕ ਕਰਦੇ ਹੋ which is present at the left side of the ruler bar until we did not find the required tab stop। ਜਿੰਨੇ ਟਾਈਮ ਤੱਕ ਸਾਡੀ ਲੋੜ ਅਨੁਸਾਰ ਸਾਨੂੰ ਸਾਡਾ ਟੈਬ ਸਟੌਪ ਬਟਨ ਦਿਖਾਈ ਨਹੀਂ ਦਿੰਦਾ ਉਨੇ ਟਾਈਮ ਤੱਕ ਅਸੀਂ ਇਸ ਉੱਪਰ ਕਲਿੱਕ ਕਰਦੇ ਜਾਈਏ ਅਤੇ ਇਸ ਮੈਥਡ ਦੇ ਨਾਲ ਤੁਸੀਂ ਆਪਣੇ ਡਾਕੂਮੈਂਟ ਦੇ ਵਿੱਚ ਮੈਨੂਅਲੀ ਟੈਬ ਸਟੌਪ ਨੂੰ ਸੈੱਟ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਐਕਸਪਲੇਨ ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ ਕਮਾਂਡਸ। ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਕਮਾਂਡ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ ਆਰ ਇੰਪੋਰਟੈਂਟ ਕਮਾਂਡਸ ਦੈਟ ਆਰ ਯੂਜ਼ਡ ਇਨ ਦਾ ਆਫਿਸ ਟੂਲਸ। ਕਿਸੇ ਵੀ ਆਫਿਸ ਟੂਲ ਦੇ ਵਿੱਚ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਦੋਨੋਂ ਹੀ ਇੰਪੋਰਟੈਂਟ ਕਮਾਂਡਸ ਹੁੰਦੀਆਂ ਨੇ, ਕਿਉਂਕਿ ਜਦੋਂ ਵੀ ਅਸੀਂ ਡਾਕੂਮੈਂਟ ਨੂੰ ਤਿਆਰ ਕਰਦੇ ਹਾਂ ਤਾਂ ਸਾਡਾ ਮੇਨ ਪਰਪਸ ਜੋ ਹੁੰਦਾ ਹੈ ਡਾਕੂਮੈਂਟ ਨੂੰ ਤਿਆਰ ਕਰਨ ਤੋਂ ਬਾਅਦ ਪ੍ਰਿੰਟ ਕਰਨ ਦਾ ਹੁੰਦਾ ਹੈ ਅਤੇ ਇਸ ਕਰਕੇ ਦੋਨੋਂ ਹੀ ਇੰਪੋਰਟੈਂਟ ਕਮਾਂਡਸ ਹੁੰਦੀਆਂ ਨੇ। ਦੋਵਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ? ਨੰਬਰ 1 ਪ੍ਰਿੰਟ ਪ੍ਰੀਵਿਊ। ਦਿਸ ਕਮਾਂਡ ਇਜ਼ ਯੂਜ਼ਡ ਟੂ ਪ੍ਰੀਵਿਊ ਦੀ ਡਾਕੂਮੈਂਟ ਔਨ ਦਾ ਮੋਨੀਟਰ ਸਕਰੀਨ ਬਿਫੋਰ ਪ੍ਰਿੰਟਿੰਗ। ਪ੍ਰਿੰਟ ਪ੍ਰੀਵਿਊ ਦਾ ਕੰਮ ਕੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਡਾਕੂਮੈਂਟ ਨੂੰ ਤਿਆਰ ਕਰ ਲੈਂਦੇ ਹੋ ਤਾਂ ਤੁਸੀਂ ਪ੍ਰਿੰਟ ਪ੍ਰੀਵਿਊ ਦੀ ਹੈਲਪ ਦੇ ਨਾਲ ਆਪਣੀ ਸਕਰੀਨ ਦੇ ਉੱਪਰ ਹੀ ਚੈੱਕ ਕਰ ਸਕਦੇ ਹੋ ਕਿ ਆਫਟਰ ਪ੍ਰਿੰਟਿੰਗ ਤੁਹਾਡਾ ਡਾਕੂਮੈਂਟ ਕਿਵੇਂ ਦਾ ਦਿਖਾਈ ਦੇਵੇਗਾ। ਇਟ ਮੀਨਸ ਬਿਫੋਰ ਪ੍ਰਿੰਟਿੰਗ ਦਾ ਫਾਈਲ ਵੀ ਕੈਨ ਪ੍ਰੀਵਿਊ ਇਨ ਸੱਚ ਅ ਫਾਰਮ ਦੈਟ ਵੀ ਗੈਟ ਆਫਟਰ ਪ੍ਰਿੰਟਿੰਗ ਇਟ। ਪ੍ਰਿੰਟ ਪ੍ਰੀਵਿਊ ਤੋਂ ਕੀ ਭਾਵ ਹੁੰਦਾ ਹੈ ਕਿ ਆਫਟਰ ਪ੍ਰਿੰਟਿੰਗ ਸਾਡਾ ਡਾਕੂਮੈਂਟ ਤੁਹਾਨੂੰ ਕਿਵੇਂ ਦਾ ਦਿਖਾਈ ਦੇਗਾ। ਵੈਨ ਵੀ ਕਲਿੱਕ ਔਨ ਦੀ ਪ੍ਰਿੰਟ ਕਮਾਂਡ ਇਨ ਦਾ ਫਾਈਲ ਮੈਨਿਊ then MS Word or MS Excel will automatically show the print preview in our files। ਜਦੋਂ ਵੀ ਤੁਸੀਂ ਫਾਈਲ ਮੈਨੂ ਦੇ ਵਿੱਚ ਜਾ ਕੇ ਪ੍ਰਿੰਟ ਕਮਾਂਡ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਆਟੋਮੈਟਿਕਲੀ ਹੀ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਪਰ ਇੱਕ ਰਾਈਟ ਸਾਈਡ ਦੇ ਉੱਪਰ ਇੱਕ ਪ੍ਰੀਵਿਊ ਦਿਖਾਈ ਦੇਵੇਗਾ ਜੋ ਤੁਹਾਨੂੰ ਦੱਸਦਾ ਹੈ ਕਿ ਤੁਹਾਡਾ ਡਾਕੂਮੈਂਟ ਆਫਟਰ ਪ੍ਰਿੰਟਿੰਗ ਤੁਹਾਨੂੰ ਇਸ ਪ੍ਰਕਾਰ ਦਾ ਦਿਖਾਈ ਦੇਵੇਗਾ। ਅਗਰ ਤਾਂ ਉਹ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਠੀਕ ਹੈ ਤਾਂ ਤੁਸੀਂ ਉਸ ਦਾ ਪ੍ਰਿੰਟ ਲੈ ਲਓ, ਅਦਰਵਾਈਜ਼ ਤੁਸੀਂ ਆਪਣੇ ਡਾਕੂਮੈਂਟ ਦੇ ਵਿੱਚ ਚੇਂਜਸ ਕਰਕੇ ਦੁਬਾਰਾ ਪ੍ਰਿੰਟ ਪ੍ਰੀਵਿਊ ਚੈੱਕ ਕਰ ਸਕਦੇ ਹੋ। ਸੈਕਿੰਡ ਪ੍ਰਿੰਟ। ਦਿਸ ਕਮਾਂਡ ਇਜ਼ ਯੂਜ਼ਡ ਵੈਨ ਵੀ ਵਾਂਟ ਟੂ ਗੈਟ ਦਾ ਹਾਰਡ ਕਾਪੀ ਆਫ ਆਵਰ ਫਾਈਲ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਫਾਈਲ ਬਿਲਕੁਲ ਕੰਪਲੀਟ ਹੈ, ਕਰੈਕਟ ਹੈ, ਤਾਂ ਤੁਸੀਂ ਉਸ ਦਾ ਹਾਰਡ ਕਾਪੀ ਪ੍ਰਾਪਤ ਕਰਨ ਲਈ ਇਸ ਕਮਾਂਡ ਦੇ ਉੱਪਰ ਕਲਿੱਕ ਕਰਦੇ ਹੋ। ਇਟ ਮੀਨਸ ਵੀ ਗੈਟ ਔਰ ਫਾਈਲ ਪ੍ਰਿੰਟਡ ਔਨ ਦਾ ਪੇਪਰ ਯੂਜ਼ਿੰਗ ਦਿਸ ਕਮਾਂਡ। ਇਸ ਤੋਂ ਭਾਵ ਕੀ ਹੈ ਕਿ ਤੁਸੀਂ ਇਸ ਕਮਾਂਡ ਨੂੰ ਯੂਜ਼ ਕਰਕੇ ਜੋ ਵੀ ਤੁਹਾਡੀ ਫਾਈਲ ਹੈ ਉਸ ਦਾ ਪ੍ਰਿੰਟ ਕਰ ਸਕਦੇ ਹੋ। To print our file we have to click the print command in file menu। ਅਗਰ ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ ਤਾਂ ਫਾਈਲ ਮੈਨੂ 'ਚ ਜਾ ਕੇ ਜਦੋਂ ਤੁਸੀਂ ਪ੍ਰਿੰਟ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇੱਕ ਪ੍ਰਿੰਟ ਪ੍ਰੀਵਿਊ ਦਿਖਾਈ ਦੇਵੇਗਾ। ਉਸ ਤੋਂ ਬਾਅਦ ਤੁਸੀਂ ਪ੍ਰਿੰਟ ਬਟਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਡਾਕੂਮੈਂਟ ਦੀ ਹਾਰਡ ਕਾਪੀ ਤਿਆਰ ਹੋ ਜਾਏਗੀ ਵਿਦ ਦਾ ਹੈਲਪ ਆਫ ਪ੍ਰਿੰਟਰ। ਇਸੇ ਹੀ ਕੰਮ ਨੂੰ ਤੁਸੀਂ ਕੰਟਰੋਲ ਦੇ ਨਾਲ P ਪ੍ਰੈਸ ਕਰਕੇ ਵੀ ਕਰ ਸਕਦੇ ਹੋ। ਪ੍ਰਿੰਟ ਕਮਾਂਡ ਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਦੀਆਂ ਕਿੰਨੀਆਂ ਕਾਪੀਜ਼ ਚਾਹੀਦੀਆਂ ਨੇ ਤੁਸੀਂ ਉਹ ਸੈੱਟ ਕਰ ਸਕਦੇ ਹੋ। ਤੁਹਾਡਾ ਡਾਕੂਮੈਂਟ ਲੈਂਡਸਕੇਪ ਮੋਡ ਦੇ ਵਿੱਚ ਪ੍ਰਿੰਟ ਹੋਵੇ ਜਾਂ ਪੋਰਟਰੇਟ 'ਚ ਪ੍ਰਿੰਟ ਹੋਵੇ, ਤੁਹਾਡੇ ਪੇਪਰ ਦੀ ਕਿਸਮ ਕੀ ਹੈ, ਤੁਸੀਂ ਕਾਫੀ ਸੈਟਿੰਗਸ ਨੂੰ ਚੇਂਜ ਕਰਕੇ ਪ੍ਰਿੰਟ ਆਊਟ ਲੈ ਸਕਦੇ ਹੋ। ਇਹ ਸੀ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ। ਸੋ ਇਹ ਸਨ ਤੁਹਾਡੇ ਚੈਪਟਰ ਨੰਬਰ 1 ਦੇ ਕੁਐਸਚਨ ਐਂਡ ਆਨਸਰਸ। ਉਮੀਦ ਕਰਦਾ ਹਾਂ ਕਿ ਤੁਹਾਨੂੰ
ਮੇਰੇ ਦੁਆਰਾ ਦੱਸੇ ਗਏ ਸਾਰੇ ਹੀ ਆਨਸਰਸ ਅਤੇ ਕੁਐਸਚਨਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਫਿਊਚਰਸ ਦੇ ਵਿੱਚ ਆਉਣ ਵਾਲੀਆਂ ਵੀਡੀਓਜ਼ ਨੂੰ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਨੂੰ ਦੇਖਣ ਲਈ ਤੁਹਾਡਾ ਥੈਂਕਸ।